हर कंट्री की इकोनॉमी जिहड़ी है वो टैक्स नाल चलदी है। जिन्ना लोग टैक्स दिंदे ने उस तरह उस देश का विकास होंदा है। यूएस दे विच भी टैक्स सिस्टम शुरू हो गया है, टैक्स सीजन शुरू हो गया है। मेरा कहने का मतलब है भी इनकम टैक्स का जिहड़ा सीजन है वो शुरू हो गया, क्योंकि इत्थे जनवरी तो दिसंबर तक का जिहड़ा फिजिकल ईयर मन्निया जाता है उन्होंने देखते हुए दिसंबर जो पास होंदा है उस तो बाद लोगों ने अपना, चाहे वो कंपनी होवे चाहे इंडिविजुअल होवे, उन्हें अपना इनकम टैक्स फाइल करना होंदा है। साडा अज दा जिहड़ा मुद्दा यूएसए प्रोग्राम है, इस विशा भी जिहड़ा अज असीं लैके आए हैं वो टैक्स लैके आए हैं। कितना टैक्स सिस्टम जिहड़ा है काम करदा, जिहड़ा इनकम टैक्स सिस्टम है ਉਹਦੇ बारे गलबात करने लई वरिंदर बैंस ਸਾਡੇ ਨਾਲ ने ਜਿਹੜੇ कि CPA ने, ਉਹਨਾਂ ਨਾਲ गलबात करते हैं। वरिंदर जी, टैक्स इस बार सीजन शुरू हो गया है यूएस ਦੇ ਵਿੱਚ, ਇਹਦੇ ਬਾਰੇ ਥੋੜਾ ਜਿਹਾ ਲੋਕਾਂ ਨੂੰ ਜਾਣਕਾਰੀ ਦਿਓ। हाँ जी जरूर। पहली गल सत श्री अकाल संजीव सर, तो सत श्री अकाल थोड़ी ऑडियंस ਨੂੰ भी। सो टैक्स सीजन शुरू हो गया है, तो टैक्स सीजन शुरू होने तो पहला एक्चुअली टैक्स की प्लैनिंग हो जानी शुरू हो जानी चाहिए है, ਜਦੋਂ ਦਸੰਬਰ ਜਾਂ ਨਵੰਬਰ ਦਾ ਮਹੀਨਾ ਆ ਰਿਹਾ ਵਾ। ਸੋ ਜੇ ਟੈਕਸ ਸੀਜ਼ਨ ਆਪਾਂ ਫਰਸਟ ਮੇਜਰ ਡੈਡਲਾਈਨ ਦੀ ਗੱਲ ਕਰੀਏ ਤਾਂ ਉਹ ਜਨਵਰੀ 31 ਨੂੰ ਹੁੰਦੀ ਆ, ਜਦੋਂ ਕਿ ਪਿਛਲੇ ਸਾਲ ਦੇ ਪੇਰੋਲ ਟੈਕਸ ਰਿਟਰਨ ਤੇ 1099 ਤੇ W2 ਪ੍ਰੋਸੈਸ ਹੁੰਦੇ ਨੇ। ਸੋ ਇਹਦੇ ਵਿੱਚ ਆਏ ਹੈਗਾ ਵਾ ਵੀ ਦ ਰੀਜ਼ਨ ਇਹ ਡੈਡਲਾਈਨ ਪਹਿਲਾਂ ਹੈਗੀ ਆ ਕਿ ਸਾਰੇ ਪੇਪਰ ਵਰਕ ਪ੍ਰੋਸੈਸ ਹੋ ਜਾਵੇ ਤੇ ਜਿੰਨੀ ਪੋਪੂਲੇਸ਼ਨ ਹੈਗੀ ਉਹ ਰੈਡੀ ਹੋ ਜਾਣ ਟੈਕਸ ਰਿਟਰਨ ਫਾਈਲ ਕਰਨ ਵਾਸਤੇ। ਸੋ ਦੈਟਸ ਵਾਈ ਜਿੰਨੇ ਵੀ ਦਰਸ਼ਕ ਹੈਗੇ ਉਹਨਾਂ ਨੂੰ ਪਤਾ ਕਿ ਬਾਈ ਫੈਬਰੂਅਰੀ ਫਰਸਟ ਵੀਕ ਜਾਂ ਸੈਕੰਡ ਵੀਕ ਉਹਨਾਂ ਦੇ ਟੈਕਸ ਡਾਕੂਮੈਂਟਸ ਆਲਮੋਸਟ ਕੰਪਲੀਟ ਹੋ ਜਾਂਦੇ ਨੇ। ਸੋ ਇਦੋਂ ਜੇ ਆਪਾਂ ਗਾਹਾਂ ਚੱਲੀਏ ਤਾਂ ਨੈਕਸਟ ਆਪਣੀ ਡੈਡਲਾਈਨ ਆਉਂਦੀ ਹੈਗੀ ਆ ਮਾਰਚ 1 ਨੂੰ, ਜਿਹੜੇ ਹੈਗੇ ਨੇ ਫਾਰਮਰਸ ਐਂਡ ਫਿਸ਼ਰਮੈਨ। ਓਕੇ, ਇਹਨਾਂ ਵਾਸਤੇ ਡੈਡਲਾਈਨ ਤਾਂ ਬਣਾਈ ਜਾਂਦੀ ਆ ਬਿਕਾਜ਼ ਇਹਨਾਂ ਦੀ ਜਿਹੜੀ ਇਨਕਮ ਆ ਉਹ ਸਟੈਡਲੀ ਨਹੀਂ ਆਉਂਦੀ ਹੈਗੀ ਡਿਊਰਿੰਗ ਦ ਈਅਰ। ਸੋ ਸਾਲ 'ਚ 4 ਵਾਰੀ ਆਉਂਦੀ ਆ ਜਾਂ 2 ਵਾਰੀ ਆਉਂਦੀ ਆ। ਸੋ ਜਿਹੜਾ ਤੁਹਾਡਾ ਕੈਸ਼ ਫਲੋ ਆ ਉਹ ਇਟ ਟੇਕਸ ਟਾਈਮ ਫॉर ਇਟ ਟੂ ਕੈਚ ਅਪ। ਤੇ ਤਾਂ ਕਰਕੇ ਉਹਨਾਂ ਨੂੰ ਆਏ ਹੁੰਦਾ ਵੀ ਉਹਨਾਂ ਨੂੰ ਕੁਆਰਟਰਲੀ ਪੇਮੈਂਟਸ ਨਹੀਂ ਕਰਨੀਆਂ ਹੁੰਦੀਆਂ ਇਨਕਮ ਦੀਆਂ, ਤੇ ਉਹਦੇ ਵਿੱਚ ਇਹ ਰਿਆਇਤ ਹੁੰਦੀ ਆ ਕਿ ਕੁਆਰਟਰਲੀ ਪੇਮੈਂਟਸ ਉਹਨਾਂ ਨੇ ਪੇ ਨਹੀਂ ਕੀਤੀਆਂ, ਪਰ ਜੇ ਮਾਰਚ 1 ਤੱਕ ਟੈਕਸ ਰਿਟਰਨ ਫਾਈਲ ਕਰਦੇ ਨੇ ਤੇ ਪੇ ਕਰਦੇ ਨੇ ਤਾਂ ਉਹਦੀ ਕੋਈ ਪੈਨਲਟੀ ਨਹੀਂ ਹੈਗੀ। ਓਕੇ, ਸੋ ਮੂਵਿੰਗ ਔਨ, ਉਦੋਂ ਬਾਅਦ ਆ ਜਾਂਦੀ ਆਪਣੀ ਜਿਹੜੀ ਮੇਜਰ ਡੈਡਲਾਈਨ ਹੈਗੀ ਆ ਮਾਰਚ 15 ਦੀ, ਜਿਹਦੇ ਵਿੱਚ ਪਾਰਟਨਰਸ਼ਿਪਸ ਤੇ ਐਸ ਕਾਰਪੋਰੇਸ਼ਨ ਦਾ ਟੈਕਸ ਰਿਟਰਨ ਫਾਈਲ ਹੁੰਦਾ ਵਾ। ਓਕੇ, ਤੇ ਇਹਦੇ ਵਿੱਚ ਇਹਨਾਂ ਨੂੰ ਮੋਸਟਲੀ ਪੈਸ ਥਰੂ ਐਂਟੀਟੀਜ਼ ਹੁੰਦੀਆਂ ਨੇ। ਦੈਟ ਮੀਨਸ ਕਿ ਇਹ ਜਿਹੜੇ ਟੈਕਸਿਸ ਹੈਗੇ ਨੇ ਪਾਰਟਨਰਸ਼ਿਪਸ ਐਂਡ ਐਸ ਕਾਰਪੋਰੇਸ਼ਨ, ਇਹ ਆਪ ਨਹੀਂ ਕੋਈ ਟੈਕਸ ਪੇ ਕਰਦੇ। ਇਹਨਾਂ ਦੀ ਇਨਕਮ ਕੈਲਕੂਲੇਟ ਕਰਕੇ ਅਸੀਂ ਫਾਰਮ K1 ਦੇ ਉੱਤੇ ਭੇਜਦੇ ਹਾਂ, ਤੇ ਜਿਹੜਾ ਫਾਰਮ K1 ਆ ਫਿਰ ਉਹ ਤੁਹਾਡੇ ਇੰਡੀਵਿਜੂਅਲ ਟੈਕਸ ਰਿਟਰਨ ਦੇ ਉੱਤੇ ਆਉਂਦਾ, ਜਿੱਥੇ ਅਸਲ ਸਾਰੀ ਟੋਟਲ ਇਨਕਮ ਕੈਲਕੂਲੇਟ ਹੁੰਦੀ ਆ। ਠੀਕ ਹੈ ਜੀ। ਓਕੇ, ਤੇ ਉਦੋਂ ਬਾਅਦ ਆ ਜਾਂਦੀ ਆ ਆਪਣੀ ਅਪ੍ਰੈਲ 15 ਵਾਲੀ ਡੈਡਲਾਈਨ, ਜਿਹੜੇ ਕਿ ਆਪਣੀ ਮੇਜਰ ਡੈਡਲਾਈਨ ਆ। ਬਿਲਕੁਲ। ਰੇਡੀਓ TV ਈਵਨ ਜੇ ਤੁਸੀਂ ਰੋਡ ਤੇ ਜਾਂਦੇ ਹੋ ਤਾਂ ਰਾਹ 'ਚ ਸਾਈਨ ਲਿਆ ਹੁੰਦਾ ਵਾ ਫਾਈਲ ਯੋਰ ਟੈਕਸਸ ਔਨ ਟਾਈਮ। ਸੋ ਇਹ ਵਾਲੀ ਜਿਹੜੀ ਡੈਡਲਾਈਨ ਹੈਗੀ ਆ ਇਹਦੇ ਵਿੱਚ ਤੁਹਾਡੇ ਸਾਰੇ ਇੰਡੀਵਿਜੂਅਲ ਆ ਜਾਂਦੇ ਨੇ ਤੇ C ਕਾਰਪੋਰੇਸ਼ਨਸ ਆ ਜਾਂਦੀਆਂ ਨੇ। ਇੰਡੀਵਿਜੂਅਲਸ ਐਂਡ C ਕਾਰਪੋਰੇਸ਼ਨ। ਇੰਡੀਵਿਜੂਅਲ ਤੋਂ ਆਪਾਂ ਇਹ ਮੰਨਿਆ ਜਾਵੇ ਚਾਹੇ ਉਹਦੇ ਕੋਲ 1099 ਹੈ, ਚਾਹੇ ਉਹਦੇ ਕੋਲ W2 ਹੈ, ਕਿਸੇ ਤਰ੍ਹਾਂ ਦੀ ਵੀ ਉਹਦੀ ਚਾਹੇ ਰੈਂਟਲ ਇਨਕਮ ਆ, ਜੇ ਕੋਈ ਇੰਡੀਵਿਜੂਅਲ ਆ ਤੇ ਉਹਦੀ ਡੈਡਲਾਈਨ ਜਿਹੜੀ ਆ ਟੈਕਸ ਫਾਈਲ ਕਰਨ ਦੀ ਉਹ 15th of April। ਰਾਈਟ। ਓਕੇ, ਸੋ ਮੋਸਟਲੀ 15 of April ਹੁੰਦੀ ਆ ਅਨਲੈਸ ਉਹ ਵੀਕਐਂਡ ਦੇ ਉੱਤੇ ਆ ਜਾਵੇ। ਸੋ ਦੈਟ ਮੀਨਸ ਵੀਕਐਂਡ ਤੋਂ ਬਾਅਦ ਜਿਹੜੀ ਫਰਸਟ ਡੇਟ ਹੈਗੀ ਆ ਉਹ ਡੈਡਲਾਈਨ ਬਣ ਜਾਂਦੀ ਆ। ਠੀਕ ਹੈ। ਤੇ ਇਹਦੇ ਵਿੱਚ ਪ੍ਰੀਟੀ ਮਚ ਸਾਰੇ ਇਨਕਲੂਡਡ ਨੇ। ਜੇ W2 ਕਿਸੇ ਕੋਲ ਹੈਗਾ ਵਾ ਜਾਂ ਕੋਈ ਸਮਾਲ ਬਿਜ਼ਨਸ ਰਨ ਕਰਦਾ ਸਕੈਜੂਲ C ਹੁੰਦਾ ਵਾ, ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਰੈਂਟਲ ਹੈਗੀ ਆ ਸਕੈਜੂਲ E, ਉਹ ਸਾਰਾ ਕੁਝ ਕੈਪਚਰ ਕਰਕੇ ਟੈਕਸ ਰਿਟਰਨ ਦੇ ਉੱਤੇ ਫਾਈਲ ਹੋ ਜਾਂਦਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਵੀ ਅਮਰੀਕਾ ਦਾ ਟੈਕਸ ਸਿਸਟਮ ਵਰਕ ਕਿੱਦਾਂ ਕਰਦਾ? ਕੀ ਹੈ ਟੈਕਸ ਸਿਸਟਮ ਇਹ ਜਿਹੜਾ IRS ਸਾਰੇ ਜਣੇ ਕਰਦੇ ਨੇ, ਕੀ ਹੈ ਟੈਕਸ ਸਿਸਟਮ, ਕਿੱਦਾਂ ਵਰਕ ਕਰਦਾ? ਰਾਈਟ। ਸੋ US ਦਾ ਜਿਹੜਾ ਟੈਕਸ ਸਿਸਟਮ ਹੈ ਵੋਲੰਟਰੀ ਕੰਪਲਾਇੰਸ ਸਿਸਟਮ ਹੈਗਾ। ਦੈਟ ਮੀਨਸ ਜਦੋਂ ਆਪਾਂ ਲੈਟਸ ਸੇ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਭਰਦੇ ਹਾਂ, ਉਹਦੇ ਵਿੱਚ IRS ਦਾ ਕੁਐਸਚਨ ਹੁੰਦਾ ਵੀ ਤੁਹਾਡੇ ਟੈਕਸ ਰਿਟਰਨ ਜਿਹੜੇ ਨੇ ਉਹ ਤੁਸੀਂ ਫਾਈਲ ਕਰਦੇ ਹੋ ਟਾਈਮਲੀ ਕਿ ਨਹੀਂ। ਸੋ ਇਟਸ ਅ ਵੈਰੀ ਇੰਪੋਰਟੈਂਟ ਥਿੰਗ ਫॉर द ਗਵਰਨਮੈਂਟ, ਰਾਈਟ। ਤੇ ਇਹ ਮਾਰਜਨਲ ਟੈਕਸ ਰੇਟ ਸਿਸਟਮ ਹੈਗਾ ਵਾ। ਦੈਟ ਮੀਨਸ ਇਨਕਮਸ ਦੀਆਂ ਬ੍ਰੈਕਟ ਬਣਾਈਆਂ ਹੋਈਆਂ ਨੇ। ਸੋ ਜਿਹੜਾ ਹੁਣ ਰੀਸੈਂਟ ਟੈਕਸ ਚੇਂਜਸ ਆਏ ਨੇ 2018 ਦੇ ਵਿੱਚ, ਇਹਦੇ ਵਿੱਚ ਸਾਡੀਆਂ 7 ਟੈਕਸ ਬ੍ਰੈਕਟਸ ਹੈਗੀਆਂ ਨੇ, ਤੇ ਇਹਦਾ ਰੇਟ ਡਿਫਰੈਂਟ ਸਾਰਿਆਂ ਵਾਸਤੇ ਹੈਗਾ। ਜੇ ਕੋਈ ਇੰਡੀਵਿਜੂਅਲ ਫਾਈਲ ਕਰਦਾ, ਮੈਰਿਡ ਫਾਈਲਿੰਗ ਜੁਆਇੰਟ ਫਾਈਲ ਕਰਦਾ, ਹੈਡ ਆਫ ਹਾਊਸ ਹੋਲਡ ਮੀਨਸ ਕੋਈ ਸਿੰਗਲ ਹੈਗਾ ਤੇ ਨਾਲ ਕੋਈ ਉਹਨਾਂ ਦੇ ਚਾਈਲਡ ਡਿਪੈਂਡੈਂਟ ਆ ਜਾਂ ਕੋਈ ਅਦਰ ਡਿਪੈਂਡੈਂਟ ਹੈਗਾ,
ਸੋ ਇਹਨਾਂ ਦੀ ਟੈਕਸ ਦੀ ਕੈਲਕੂਲੇਸ਼ਨ ਸਾਰਿਆਂ ਦੀ ਡਿਫਰੈਂਟ ਹੁੰਦੀ ਹੈ ਬੇਸਡ ਕਿਹੜੀ ਬ੍ਰੈਕਟ ਦੇ ਵਿੱਚ ਹੈਗੀਆਂ। ਬਿਲਕੁਲ ਕੀ ਚੇਂਜਸ ਵੀ ਆ ਰਹੀਆਂ ਕਿਉਂਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਇਆ ਵਾ ਉਸ ਤੋਂ ਬਾਅਦ ਪਹਿਲਾਂ ਓਬਾਮਾ ਐਡਮਿਨਿਸਟ੍ਰੇਸ਼ਨ ਸੀ, ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਆਇਆ, ਉਦੋਂ ਕਹਿੰਦੇ ਟੈਕਸਿਸ ਦੇ ਵਿੱਚ ਚੇਂਜਸ ਕਾਫੀ ਆਈਆਂ ਨੇ। ਕੀ ਜਿਹੜਾ ਪਿਛਲੇ ਸਾਲ ਨਾਲੋਂ ਇਸ ਸਾਲ ਵੀ ਚੇਂਜਸ ਆਈਆਂ ਉੱਤੇ ਥੋੜਾ ਬਹੁਤ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਰਾਈਟ, ਸੋ ਹਰੇਕ ਸਾਲ ਚੇਂਜਸ ਆਉਂਦੇ ਨੇ ਟੈਕਸ ਕੋਡ ਦੇ ਵਿੱਚ, ਪਰ ਇਹ ਇੰਕਰੀਮੈਂਟਲ ਚੇਂਜਸ ਹੁੰਦੇ ਨੇ। ਸੋ ਲੈਟਸ ਸੇ ਜੇ ਕੋਈ ਡਿਡਕਸ਼ਨਸ ਜਾਂ ਕ੍ਰੈਡਿਟਸ ਅਪਰੂਵ ਹੋਈਆਂ ਨੇ, ਉਹ ਕਈ ਵਾਰੀ ਉਹਨਾਂ ਦੀ ਡੈਡਲਾਈਨ ਆਉਣ ਵਾਲੀ ਹੁੰਦੀ ਆ, ਫਿਰ ਇਹ ਐਕਸਟੈਂਡ ਕਰ ਦਿੰਦੇ ਨੇ ਅਗਲੇ 3 ਸਾਲ ਜਾਂ 4 ਸਾਲ, ਹੈ ਨਾ। ਪਰ ਜਿਹੜਾ ਬਿਗ ਟੈਕਸ ਚੇਂਜ ਆਇਆ ਵਾ ਉਹ 17 ਤੋਂ 18 ਦੇ ਵਿੱਚ ਆਇਆ ਵਾ। ਸੋ 18 ਵਾਜ਼ ਅ ਬਿਗ ਈਅਰ, ਤੇ ਇਹ ਜਿਹੜਾ ਟੈਕਸ ਚੇਂਜ ਸੀਗਾ ਆਲਮੋਸਟ 30 ਇਅਰਸ ਬਾਅਦ ਬਿਗੇਸਟ ਜਿਵੇਂ ਟੈਕਸ ਓਵਰਹੌਲ ਹੋਇਆ ਸੀਗਾ। ਓਕੇ, ਸੋ ਐਵਰੀ ਈਅਰ ਟੈਕਸ ਚੇਂਜਸ ਆਉਂਦੇ ਨੇ, ਪਰ ਜਿਹੜਾ 18 ਦੇ ਵਿੱਚ ਟੈਕਸ ਚੇਂਜ ਸੀਗਾ ਇਹ ਬਿਗੇਸਟ ਸੀਗਾ। ਇਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਆਇਆ ਨਾ, ਜਦੋਂ ਲੈ ਕੇ ਆਂਦਾ ਸੀ। ਸੋ ਇਹਦਾ ਮੇਨ ਗੋਲ ਸੀਗਾ ਕਿ ਇਕਨੋਮੀ ਨੂੰ ਬੂਸਟ ਕਰਨਾ ਵਾ। ਸੋ ਇਹਦੇ ਵਿੱਚ ਕਾਫੀ ਕ੍ਰੈਡਿਟਸ ਆਏ ਨੇ ਜਿਹੜੇ ਕਿ ਸਮਾਲ ਬਿਜ਼ਨਸ ਓਨਰਸ ਨੂੰ ਜ਼ਿਆਦਾ ਬੈਨੀਫਿਟ ਕਰਦੇ ਨੇ। ਹੁਣ ਬੈਨੀਫਿਟ ਸਾਰਿਆਂ ਨੂੰ ਮਿਲ ਰਿਹਾ ਬਿਕਾਜ਼ ਜਿਹੜੀਆਂ ਟੈਕਸ ਵਾਲੀਆਂ ਬ੍ਰੈਕਟਸ ਸੀਗੀਆਂ ਲੋਅਰ ਲੈਵਲ ਵਾਲੀਆਂ, ਉਹਨੂੰ ਸਟ੍ਰੈਚ ਆਊਟ ਕਰ ਦਿੱਤਾ ਇਹਨਾਂ ਨੇ। ਸੋ ਦੈਟ ਮੀਨਸ ਜੇ ਤੁਹਾਡੀ ਇਨਕਮ ਟੈਕਸ ਹੋਣੀ ਹੈ 15% ਤੇ ਜਾਂ 10% ਤੇ, ਉਹ ਹੁਣ ਵੱਧ ਇਨਕਮ ਉਹਦੇ ਵਿੱਚ ਕੈਪਚਰ ਹੋ ਜਾਣੀ ਹੈ। ਓਕੇ, ਸੋ ਬੈਨੀਫਿਟ ਸਾਰਿਆਂ ਨੂੰ ਹੋਇਆ, ਪਰ ਜਿਹੜੇ ਬਿਜ਼ਨਸ ਓਨਰ ਨੇ ਉਹਨਾਂ ਨੂੰ ਸਾਰਿਆਂ ਨੂੰ ਵੱਧ ਬੈਨੀਫਿਟ ਹੋਇਆ। ਉਹਨਾਂ ਨੂੰ ਵੱਧ ਬੈਨੀਫਿਟ ਹੋਇਆ। ਰਾਈਟ। ਔਰ ਕੀ ਜਿਹੜਾ ਤੁਸੀਂ 18 ਚ ਕਹਿੰਦੇ ਮੇਜਰ ਚੇਂਜਸ ਆਈਆਂ ਨੇ, 30 ਸਾਲ ਬਾਅਦ ਇੱਕ ਤਰ੍ਹਾਂ ਦਾ ਸਿਸਟਮ ਓਵਰਹੌਲ ਕਰਤਾ, ਹੈ ਨਾ? ਕੀ ਉਸ ਤੋਂ ਬਾਅਦ ਇਸ ਸਾਲ ਵੀ ਕੋਈ ਚੇਂਜਸ ਹੈਗੀਆਂ ਨੇ? ਇਸ ਸਾਲ ਦੇ ਵਿੱਚ ਚੇਂਜਸ ਹੈਗੀਆਂ ਨੇ, ਜਿਵੇਂ ਇਨਫਲੇਸ਼ਨ ਐਡਜਸਟਡ ਚੇਂਜਸ ਹੁੰਦੀਆਂ ਨੇ, ਪਰ ਇਹ ਤੁਹਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਆਪਦੇ ਟੈਕਸ ਐਡਵਾਈਜ਼ਰ ਦੇ ਨਾਲ ਡਿਸਕਸ ਕਰ ਸਕਦੇ ਨੇ ਕਿ 19 ਵਾਲੇ ਚੇਂਜਸ ਉਹਨਾਂ ਨੂੰ ਕਿਵੇਂ ਇਫੈਕਟ ਕਰਦੇ ਨੇ। ਓਕੇ, ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਵੋਲੰਟਰੀ ਕੰਪਲਾਇੰਸ ਸਿਸਟਮ ਹੈਗਾ ਵਾ, ਇਹ ਪ੍ਰੀਟੀ ਮਚ ਐਂ ਹੋ ਜਾਂਦਾ ਜਿਵੇਂ ਫਰੀਵੇ ਦੇ ਉੱਤੇ ਸਪੀਡ ਲਿਮਿਟ ਦਾ ਸਾਈਨ ਲੱਗਿਆ ਹੋਇਆ। ਰਾਈਟ, ਹੁਣ ਫਰੀਵੇ 99 ਇੱਥੇ ਕੈਲੀਫੋਰਨੀਆ 'ਚ ਅਸੀਂ ਸੈਂਟਰਲ ਵੈਲੀ 'ਚ ਮੋਸਟਲੀ ਸਾਰੇ ਯੂਜ਼ ਕਰਦੇ ਹਾਂ। ਜਿਸ ਸਪੀਡ ਲਿਮਿਟ ਹੈਗੀ ਆ 70, ਦੈਟ ਮੀਨਸ ਸਾਰਿਆਂ ਨੂੰ ਪਤਾ ਰੂਲ ਕੀ ਆ, ਉਹਨੂੰ ਫੋਲੋ ਕਿਵੇਂ ਕਰਨਾ। ਰਾਈਟ, ਸੋ ਜੇ ਕੋਈ ਕ੍ਰਾਸ ਕਰਦਾ ਹੋਇਆ ਫੜਿਆ ਜਾਂਦਾ, ਆਬਵੀਅਸਲੀ ਉਹਨੂੰ ਟਿਕਟ ਮਿਲਦੀ ਆ। IRS ਦੀ ਮੇਜਰ ਐਕਸਪੈਕਟੇਸ਼ਨ ਇਹ ਹੈਗੀ ਹੈ ਕਿ ਸਾਰਿਆਂ ਨੇ ਟਾਈਮ ਦੇ ਉੱਤੇ ਪ੍ਰੋਪਰਲੀ ਟੈਕਸ ਰਿਟਰਨ ਫਾਈਲ ਕਰਨਾ, ਪਰ ਜੇ ਕੋਈ ਨਹੀਂ ਕਰਦਾ, ਇਹ ਮੇਨ ਪਰਪਸ ਹੈਗਾ IRS ਦਾ ਕਿ ਉਹਨੂੰ ਇਨਫੋਰਸ ਕਰਨਾ। ਤੇ ਯਾ ਸੋ ਕੋਈ ਨਹੀਂ, ਇੱਕ ਵੇਲਾ ਹੋ ਗਿਆ ਜੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ। ਚੇਂਜਸ ਕਿਸ ਤਰ੍ਹਾਂ ਦੀਆਂ ਨੇ, ਕਿਸ ਤਰ੍ਹਾਂ IRS ਵਰਕ ਕਰਦਾ ਹੈ, ਪੈਨਲਟੀਜ਼ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਟਿਕਟ ਜਿੱਦਾਂ ਓਵਰ ਸਪੀਡ ਤੇ ਟਿਕਟ ਮਿਲ ਜਾਂਦੀ ਹੈ, ਲਿਮਿਟ ਤੋਂ ਵੱਧ ਕ੍ਰਾਸ ਕਰੋ ਤਾਂ ਇੱਥੇ ਵੀ ਪੈਨਲਟੀਜ਼ ਨੇ, ਉੱਤੇ ਵੀ ਆਪਾਂ ਗੱਲ ਕਰਾਂਗੇ। ਕਿਤੇ ਜਾਈਏ ਉਹਨਾਂ ਹੁਣੀ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਸੀ ਟੈਕਸ ਸਿਸਟਮ ਤੇ, ਕਿਉਂਕਿ ਟੈਕਸ ਸੀਜ਼ਨ ਜਿਹੜਾ ਵਾ ਅਮਰੀਕਾ ਦੇ ਚੱਲ ਰਿਹਾ ਹੈ। 15 ਅਪ੍ਰੈਲ ਜਿਹੜੀ ਹੈ ਡੈਡਲਾਈਨ ਹੈ ਹਰ ਇੱਕ ਇੰਡੀਵਿਜੂਅਲ ਲਈ ਜਾਂ ਕਾਰਪੋਰੇਸ਼ਨਸ ਲਈ, ਔਰ ਕਈਆਂ ਦੇ ਅਲੱਗ-ਅਲੱਗ ਹੈ, ਜਿੱਦਾਂ ਕਿ ਵਰਿੰਦਰ ਬੈਂਸ ਉਹਨਾਂ ਨੇ ਦੱਸਿਆ ਪਹਿਲਾਂ ਹੀ। ਹੁਣ ਆਪਾਂ ਚਰਚਾ ਕਰਦੇ ਹਾਂ ਕਿ ਟੈਕਸ ਕੈਲਕੂਲੇਟ ਕਿੱਦਾਂ ਹੁੰਦਾ, ਕਿਉਂਕਿ ਇਹ ਬੜਾ ਹਮੇਸ਼ਾ ਹੀ ਵਿਸ਼ਾ ਰਿਹਾ ਵਾ ਜਿਹਦੇ ਬਾਰੇ ਹਰ ਜਣਾ ਜਾਣਕਾਰੀ ਚਾਹੁੰਦਾ ਵਾ ਵੀ ਟੈਕਸ ਦੀ ਕੈਲਕੂਲੇਸ਼ਨ ਕਿੱਦਾਂ ਹੁੰਦੀ ਆ, ਕਿੱਦਾਂ IRS ਟੈਕਸ ਲੈਂਦਾ ਵਾ। ਵਰਿੰਦਰ ਜੀ, ਇਹ ਬੜਾ ਹਮੇਸ਼ਾ ਹੀ ਰਿਹਾ, ਹਰ ਇੱਕ ਦੇ ਮਨ 'ਚ ਇੱਕ ਜਿਗਿਆਸਾ ਜੀ ਹਮੇਸ਼ਾ ਰਹੀ ਆ ਵੀ ਟੈਕਸ ਕੈਲਕੂਲੇਟ ਕਿੱਦਾਂ ਹੁੰਦਾ ਵਾ, ਵੀ ਉਹਦਾ ਜਿਹੜਾ ਇਨਕਮ ਤੇ ਟੈਕਸ ਕੱਟਿਆ ਜਾਂਦਾ, ਜਿਹੜਾ ਕਿ ਜੇ EMPLOYEE ਆ ਤੇ ਉਹਦਾ ਤਾਂ ਪਹਿਲਾਂ ਹੀ ਕੱਟ ਰਹੇ ਆ, ਹੈ ਨਾ, ਚਾਹੇ ਉਹ ਬਾਅਦ 'ਚ ਕੈਲਕੂਲੇਸ਼ਨ ਤੋਂ ਬਾਅਦ ਜੇ ਰਿਫੰਡ ਬਣ ਗਿਆ, ਜ਼ਿਆਦਾ ਕੱਟਿਆ ਗਿਆ ਤੇ ਰਿਫੰਡ ਆ ਜਾਣਾ। ਅਦਰਵਾਈਜ਼ ਕੈਲਕੂਲੇਸ਼ਨਸ ਕਿੱਦਾਂ ਹੁੰਦੀਆਂ ਟੈਕਸ ਦੀਆਂ? ਰਾਈਟ, ਸੋ ਪਹਿਲਾਂ ਜਿਵੇਂ ਆਪਣੀ ਗੱਲ ਹੋਈ ਸੀਗੀ ਵੀ ਇਹ ਮਾਰਜਨਲ ਟੈਕਸ ਰੇਟ ਹੈਗਾ ਵਾ ਤੇ ਬ੍ਰੈਕਟਸ ਬੰਦੀਆਂ ਹੋਈਆਂ ਨੇ, 7 ਬ੍ਰੈਕਟਸ ਨੇ, ਤੇ ਇਹਨਾਂ ਦਾ ਰੇਟ 10% ਤੋਂ ਲੈ ਕੇ 37% ਤੱਕ ਹੁੰਦਾ। ਤੇ ਇਹ ਸਿਰਫ ਹੈਗਾ ਵਾ ਆਪਣਾ ਫੈਡਰਲ। ਸੋ ਕੈਲੀਫੋਰਨੀਆ ਦਾ ਸੇਮ ਥਿੰਗ ਹੈਗਾ ਵਾ, ਮਾਰਜਨਲ ਟੈਕਸ ਰੇਟ ਆ ਤੇ ਉਹਦੀਆਂ ਆਪਦੀਆਂ ਬ੍ਰੈਕਟਸ ਹੈਗੀਆਂ ਨੇ। ਰਾਈਟ, ਸੋ ਜਦੋਂ ਲੈਟਸ ਸੇ, ਮਤਲਬ ਮੇਰੇ ਕਹਿਣ ਦਾ ਮਤਲਬ ਆ ਕਿ ਤੁਸੀਂ ਜਿੱਦਾਂ ਹੁਣ ਕਿਹਾ ਕੈਲੀਫੋਰਨੀਆ ਦਾ, ਉਹਨਾਂ ਦੀਆਂ ਵੀ ਆਪਣੀਆਂ ਟੈਕਸ ਬ੍ਰੈਕਟ, ਹਰ ਸਟੇਟ ਦਾ ਵੱਖਰਾ ਵੱਖਰਾ ਵਾ। ਹਾਂਜੀ, ਤੋਂ ਇਹਦੇ ਵਿੱਚ ਸਟੇਟਸ ਉਹ ਵੀ ਹੈਗੀਆਂ ਨੇ ਜਿਹਦਾ ਕੋਈ ਇਨਕਮ ਟੈਕਸ ਨਹੀਂ ਹੈਗਾ। ਅੱਛਾ, ਇਹੋ ਜਿਹੀਆਂ ਸਟੇਟਸ ਵੀ US 'ਚ ਹੈਗੀਆਂ ਜਿਹੜੀਆਂ ਇਨਕਮ ਟੈਕਸ ਨਹੀਂ ਚਾਰਜ ਕਰਦੀਆਂ? ਰਾਈਟ, ਯਾ, ਐਂਡ ਦਰਸ਼ਕ ਉਹ ਆਨਲਾਈਨ ਕੱਢ ਕੇ ਦੇਖ ਸਕਦੇ ਨੇ। ਤੇ ਉਹ ਸਟੇਟਸ ਦੀ ਆਲਵੇਜ਼ ਅਟਰੈਕਸ਼ਨ ਹੁੰਦੀ ਆ ਕਿ ਜਦੋਂ ਕੈਲੀਫੋਰਨੀਆ ਦੇ ਵਿੱਚ ਖਰਚੇ ਦੀ ਗੱਲ ਸ਼ੁਰੂ ਹੋ ਜਾਂਦੀ ਆ ਕਿ ਬਹੁਤ ਐਕਸਪੈਂਸਿਵ ਹੈਗਾ ਕੈਲੀਫੋਰਨੀਆ ਦੇ ਵਿੱਚ ਰਹਿਣਾ, ਤਾਂ ਜਿਹੜੇ ਦਰਸ਼ਕ ਆ ਉਹ ਕਈ ਵਾਰੀ ਦੇਖਦੇ ਨੇ ਕਿ ਸ਼ਾਇਦ ਜਿਹੜੀ ਸਟੇਟ ਦੇ ਵਿੱਚ ਕੋਈ ਇਨਕਮ ਟੈਕਸ ਨਹੀਂ ਹੈਗਾ ਸ਼ਾਇਦ ਉਹ ਜ਼ਿਆਦਾ ਅਪੀਲਿੰਗ ਹੋਵੇ ਉੱਥੇ ਰਹਿਣਾ। ਸੋ ਜਿਹੜਾ ਟੈਕਸ ਕੈਲਕੂਲੇਸ਼ਨ ਦੀ ਗੱਲ ਆ ਕਿ ਜੇ ਕੋਈ W2 ਦੇ ਉੱਤੇ ਕੰਮ ਕਰਦਾ ਵਾ
ਤਾਂ ਉਹਦੇ ਚੈੱਕ ਦੇ ਵਿੱਚੋਂ ਇੱਕ ਤਾਂ ਸੋਸ਼ਲ ਸਿਕਿਉਰਿਟੀ ਕੱਟ ਹੁੰਦਾ ਵਾ। ਸੋਸ਼ਲ ਸਿਕਿਉਰਿਟੀ ਦੀ ਲਿਮਿਟ 1,30,000 ਤੋਂ ਉੱਪਰ ਹੈਗੀ ਆ 2019 ਵਾਸਤੇ। ਸੋ ਦੈਟ ਮੀਨਸ ਜਦੋਂ ਇਨਕਮ ਉਦੋਂ ਉੱਪਰ ਹੋ ਜਾਂਦੀ ਆ, ਤੇ ਐਗਜ਼ੈਕਟ ਨੰਬਰ ਦਰਸ਼ਕ ਕੱਢ ਸਕਦੇ ਨੇ ਆਨਲਾਈਨ, ਪਰ ਉਦੋਂ ਉੱਪਰ ਜਦੋਂ ਇਨਕਮ ਹੋ ਜਾਂਦੀ ਹੈ ਤਾਂ ਉਹਦੇ ਉੱਤੇ ਸੋਸ਼ਲ ਸਿਕਿਉਰਿਟੀ ਨਹੀਂ ਕੱਟਿਆ ਜਾਂਦਾ। ਮਤਲਬ ਉਹਦੀ ਲਾਸਟ ਲਿਮਿਟ ਜਿਹੜੀ 1,30,000 ਆ, ਜੇ ਸਮਥਿੰਗ ਆਈ ਥਿੰਕ 32 ਜਾਂ 34,000, ਮਤਲਬ ਇੱਥੇ ਤੱਕ ਆ ਉਹਦੀ ਲਿਮਿਟ। ਉਸ ਤੋਂ ਬਾਅਦ ਜੇ ਇਨਕਮ ਹੋ ਜਾਂਦੀ ਤੇ ਉੱਤੇ ਨਹੀਂ, ਜਿਹੜਾ ਉਹ ਜਿਹੜੀ ਲਿਮਿਟ ਆ ਉੱਥੇ ਤੱਕ ਜੋ ਕੱਟਿਆ ਗਿਆ। ਰਾਈਟ, ਯਾ, ਓਕੇ। ਤੇ ਸੋਸ਼ਲ ਸਿਕਿਉਰਿਟੀ ਜਿਹੜੀ ਆ ਉਹ ਅੱਧੀ ਤੁਹਾਡੀ EMPLOYER ਪੇ ਕਰਦਾ ਤੁਹਾਡੇ ਵਾਸਤੇ, ਤੇ ਅੱਧੀ ਤੁਹਾਡੇ ਚੈੱਕ ਦੇ ਵਿੱਚੋਂ ਡਿਡਕਟ ਹੁੰਦੀ ਆ। ਓਕੇ। ਨੈਕਸਟ ਚੈੱਕ ਆ ਜਾਂਦਾ ਵਾ, ਜਿਹੜਾ ਨੈਕਸਟ ਟੈਕਸ ਹੈਗਾ ਵਾ ਉਹ ਆ ਜਾਂਦਾ ਮੈਡੀਕੇਅਰ। ਉਹ ਵੀ ਸੇਮ ਥਿੰਗ ਹੈਗਾ ਕਿ ਅੱਧਾ ਤੁਹਾਡੇ ਚੈੱਕ ਚੋਂ ਕੱਟਿਆ ਜਾਂਦਾ, ਅੱਧਾ ਤੁਹਾਡਾ EMPLOYER ਕੱਟਦਾ ਵਾ। ਹੋਰ ਟੈਕਸਿਸ ਹੈਗੇ ਆ, ਕੈਲੀਫੋਰਨੀਆ ਡਿਸੇਬਿਲਿਟੀ, ਕੈਲੀਫੋਰਨੀਆ ਅਨਐਮਪਲੋਇਮੈਂਟ, ਫੈਡਰਲ ਅਨਐਮਪਲੋਇਮੈਂਟ, EMPLOYEE ਟ੍ਰੇਨਿੰਗ ਟੈਕਸ, ਇਹ ਸਾਰੇ ਤੁਹਾਡੇ ਟੈਕਸ ਰਿਟਰਨ ਤੁਹਾਡੇ ਜਿਹੜੇ W2 ਹੈਗਾ ਉਹਦੇ ਵਿੱਚੋਂ ਕੱਟਿਆ ਜਾਂਦਾ ਵਾ। ਲੇਕਿਨ ਮੈਂ ਇਹਦੇ 'ਚ ਇੱਕ ਜ਼ਰੂਰ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਸੋਸ਼ਲ ਸਿਕਿਉਰਿਟੀ ਗਿਆ ਵੀ ਅੱਧਾ EMPLOYER ਨੇ ਪੇ ਕਰਨਾ, ਅੱਧਾ EMPLOYEE ਨੇ, ਹੈ ਨਾ, ਮੈਡੀਕੇਅਰ ਵੀ ਹੈ, ਹੈ ਨਾ, ਲੇਕਿਨ ਇਹਨਾਂ ਦੇ ਬੈਨੀਫਿਟ ਕੀ ਹੈਗੇ ਜਿਹੜਾ ਕੱਟਦੇ ਆ? ਸੋ ਇਹਦਾ ਬੈਨੀਫਿਟ ਸੋਸ਼ਲ ਸਿਕਿਉਰਿਟੀ ਦਾ ਹੈਗਾ, ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤੁਸੀਂ ਸੋਸ਼ਲ ਸਿਕਿਉਰਿਟੀ ਕਲੇਮ ਕਰਕੇ ਸਟਾਰਟ ਕਰ ਸਕਦੇ ਹੋ। ਤੇ ਮੈਡੀਕੇਅਰ ਹੈਗਾ, ਜਦੋਂ ਤੁਸੀਂ ਰਿਟਾਇਰਮੈਂਟ ਏਜ ਦੇ ਉੱਤੇ ਆ ਗਏ ਹੋ ਤਾਂ ਤੁਹਾਡਾ ਮੈਡੀਕਲ ਜਿਹੜਾ ਉਹ ਫ੍ਰੀ ਹੁੰਦਾ ਵਾ। ਓਕੇ, ਰਾਈਟ। ਤੇ ਸੋਸ਼ਲ ਸਿਕਿਉਰਿਟੀ ਦਾ ਹੁਣ ਆਏ ਹੈਗਾ ਕਿ ਜਿਹੜੇ ਪੈਸੇ ਅੱਜ ਤੁਹਾਡੀ ਚੈੱਕ ਚੋਂ ਕੱਟ ਹੋ ਰਹੇ ਨੇ ਉਹ ਕਿਸੇ ਸੇਵਿੰਗਸ ਅਕਾਊਂਟ 'ਚ ਨਹੀਂ ਜਮ੍ਹਾਂ ਹੋ ਰਹੇ ਕਿ ਜਦੋਂ ਤੁਸੀਂ ਰਿਟਾਇਰ ਹੋਣਾ ਤੁਹਾਡੇ ਹੀ ਪੈਸੇ ਤੁਹਾਨੂੰ ਵਾਪਸ ਆ ਜਾਣੇ ਨੇ। ਸੋ ਜਿਹੜੀ ਅੱਜ ਦੀ ਵਰਕਫੋਰਸ ਕੰਮ ਕਰ ਰਹੀ ਆ, ਜਿਹੜਾ ਟੈਕਸ ਅੱਜ ਕੱਟ ਹੋ ਰਿਹਾ ਵਾ, ਉਹ ਜਿਹੜੇ ਹੁਣ ਲੋਕ ਰਿਟਾਇਰਡ ਨੇ ਉਹਨਾਂ ਨੂੰ ਉਹ ਪੈਸੇ ਜਾ ਰਹੇ ਨੇ। ਓਕੇ। ਸੋ ਇਹਦਾ ਬੈਲੈਂਸ ਦੇਖੋ ਤੁਸੀਂ ਕਿਵੇਂ ਕੰਮ ਕਰਦਾ ਕਿ ਜੇ ਜ਼ਿਆਦਾ ਲੋਕ ਕੰਮ ਕਰ ਰਹੇ ਨੇ ਤੇ ਘੱਟ ਰਿਟਾਇਰਡ ਨੇ, ਉਹ ਜਿਹੜਾ ਫੰਡ ਆ ਉਹਦੇ ਵਿੱਚ ਆਲਵੇਜ਼ ਸਰਪਲਸ ਹੋਣਾ ਵਾ, ਜਮ੍ਹਾਂ ਹੋਈ ਜਾਣਾ ਵਾ। ਤੇ ਹੁਣ US ਡੈਮੋਗ੍ਰਾਫਿਕਸ ਆਏ ਹੈਗੇ ਨੇ ਕਿ ਬਹੁਤ ਬੇਬੀ ਬੂਮਰ ਜਿਹੜੀ ਜਨਰੇਸ਼ਨ ਹੈਗੀ ਆ ਉਹ ਰਿਟਾਇਰ ਹੋ ਰਹੀ ਆ ਕਾਫੀ ਹਾਈ ਸਪੀਡ ਦੇ ਉੱਤੇ, ਹੈ ਨਾ। ਤੇ ਉਹਦੇ ਵਿੱਚ ਹੁਣ ਜ਼ਿਆਦਾ ਲੋਕ ਰਿਟਾਇਰ ਹੋ ਰਹੇ ਨੇ, ਉਹਨੇ ਕੰਮ ਨਹੀਂ ਕਰ ਰਹੇ, ਤੇ ਉਹ ਫੰਡ ਜਿਹੜਾ ਉਹ ਡੈਫਿਸਿਟ ਦੇ ਵਿੱਚ ਚੱਲ ਰਿਹਾ ਵਾ। ਤੇ ਸਾਡੀ ਉਮਰ ਦੇ ਵਿੱਚ ਜਿਹੜੇ ਮੇਰੇ ਹਾਣੀ ਹੈਗੇ ਨੇ ਉਹਨਾਂ ਨੂੰ ਫਿਕਰ ਆ ਕਿ ਅਸੀਂ ਤਾਂ ਸੋਸ਼ਲ ਸਿਕਿਉਰਿਟੀ ਹੁਣ ਪੇ ਕਰ ਰਹੇ ਹਾਂ, ਪਰ ਜਦ ਤੱਕ ਮਿਲਣਾ ਕਿ ਨਹੀਂ ਮਿਲਣਾ, ਰਾਈਟ ਆ, ਸੋ ਜਦ ਤੱਕ ਅਸੀਂ ਰਿਟਾਇਰ ਹੋਣਾ ਪਤਾ ਨਹੀਂ ਉਹ ਫੰਡ ਹੋਣਾ ਕਿ ਨਹੀਂ ਹੋਣਾ। ਬਿਲਕੁਲ। ਤੇ ਜੇ ਉਹ ਫੰਡ ਨੂੰ ਅਲਾਈਵ ਰੱਖਣਾ ਵੀ ਆ ਤਾਂ ਗਵਰਨਮੈਂਟ ਨੂੰ ਫੰਡਿੰਗ ਕਿਸੇ ਹੋਰ ਪਾਸਿਓਂ ਕੱਟ ਕੇ ਸੋਸ਼ਲ ਸਿਕਿਉਰਿਟੀ ਦੇ ਵਿੱਚ ਪਾਉਣੀ ਪਊਗੀ, ਜਸਟ ਟੂ ਮੇਕ ਸ਼ੋਰ ਕਿ ਉਹ ਜ਼ਿਆਦਾ ਨੈਗੇਟਿਵ ਦੇ ਵਿੱਚ ਨਾ ਜਾਵੇ। ਹੋਰ ਕਿੱਦਾਂ ਕੈਲਕੂਲੇਸ਼ਨ ਇਹਦੀ, ਜਿੱਦਾਂ ਤੁਸੀਂ ਬ੍ਰੈਕਟ ਵੀ ਦੱਸਤਾ 10% ਤੋਂ ਲੈ ਕੇ 37% ਤੱਕ, ਇਹਨੂੰ ਥੋੜਾ ਜਿਹਾ ਜੇ ਐਲੈਬੋਰੇਟ ਕਰ ਦਿਓ ਵੀ ਪਤਾ ਲੱਗ ਜਾਵੇ ਵੀ ਕਿੱਦਾਂ ਬ੍ਰੈਕਟ ਚੱਲਦੀ ਹੈ। ਰਾਈਟ। ਸੋ ਬ੍ਰੈਕਟ ਐਂ ਚੱਲਦੀ ਆ ਕਿ ਜਿਹੜੇ ਲੋਐਸਟ ਪਰਸੈਂਟੇਜ ਤੋਂ ਸਾਰੇ ਸ਼ੁਰੂ ਹੁੰਦੇ ਨੇ, ਜਿਹੜੀ 10% ਵਾਲੀ ਬ੍ਰੈਕਟ ਆ, ਜਦੋਂ 10% ਵਾਲੀ ਬ੍ਰੈਕਟ ਫਿਲ ਅਪ ਹੋ ਜਾਂਦੀ ਆ ਫਿਰ ਆਪਾਂ ਨੈਕਸਟ ਈਅਰ ਦੇ ਵਿੱਚ ਜਾਂਦੇ ਹਾਂ, ਉਦੋਂ ਬਾਅਦ ਨੈਕਸਟ ਈਅਰ ਦੇ ਵਿੱਚ ਜਾਂਦੇ ਹਾਂ। ਤੇ ਜੇ ਕੋਈ ਕਹਿੰਦਾ ਵੀ ਮੇਰੀ 37% ਵਾਲੀ ਬ੍ਰੈਕਟ ਦੇ ਵਿੱਚ ਮੈਂ ਹੈਗਾ ਵਾਂ, ਦੈਟ ਡਜ਼ਨਟ ਮੀਨ ਕਿ 37% ਉਹਦੇ ਫੁੱਲ ਇਨਕਮ ਦੇ ਉੱਤੇ ਲੱਗਿਆ ਵਾ ਟੈਕਸ। ਉਹ ਜਿਹੜਾ ਉਹਦਾ ਇਫੈਕਟਿਵ ਰੇਟ ਆ ਉਹ ਆਲਵੇਜ਼ ਘੱਟ ਹੁੰਦਾ ਵਾ ਜਿਹੜੀ ਉਹਦੀ ਮੈਕਸਿਮਮ ਬ੍ਰੈਕਟ ਆ, ਕਿਉਂਕਿ 37% ਦਾ ਮੈਕਸਿਮਮ ਬ੍ਰੈਕਟ ਹੋ ਗਈ, ਰਾਈਟ। 5 ਲੱਖ ਤੋਂ ਬਾਅਦ ਜਿਹੜੀ ਇਨਕਮ ਆ ਉਹਦੇ ਉੱਤੇ 37% ਲੱਗਣਾ, ਪਰ ਜੇ 5 ਲੱਖ ਤੋਂ ਸਿਰਫ ਐਗਜ਼ੈਕਟ ਨੰਬਰ ਨਹੀਂ ਮੈਨੂੰ ਪਤਾ ਹੈਗਾ, ਪਰ ਜੇ 5 ਲੱਖ ਤੋਂ ਲੈਟਸ ਸੇ ਕਿ 10,000 ਹੀ ਵੱਧਦਾ ਵਾ ਤਾਂ ਸਿਰਫ ਉਹਦੇ ਉੱਤੇ 37% ਲੱਗਣਾ ਵਾ, ਬਾਕੀ ਜਿਹੜਾ ਪਿੱਛੇ ਬ੍ਰੈਕਟਸ ਦੇ ਹਿਸਾਬ ਨਾਲ ਉਹ ਕੈਲਕੂਲੇਟ ਹੋ ਜਾਣਾ। ਅੱਛਾ, ਔਰ ਦੂਸਰੀ ਜਿਹੜੀ ਸਟੈਂਡਰਡ ਡਿਡਕਸ਼ਨ ਇੱਕ ਬਹੁਤ ਆਉਂਦੀ ਆ ਹਮੇਸ਼ਾ ਵੀ ਡਿਡਕਸ਼ਨਸ ਕਿਹੜੇ ਬੈਨੀਫਿਟਸ ਕਿਹੜੇ ਮਿਲ ਸਕਦੇ ਆ ਟੈਕਸ ਫਾਈਲ ਕਰਨ ਲੱਗੇ। ਇੱਕ ਤਾਂ ਸਟੈਂਡਰਡ ਡਿਡਕਸ਼ਨ ਬਾਰੇ ਥੋੜਾ ਜਿਹਾ ਜਾਣਕਾਰੀ ਦੇ ਦਿਓ, ਔਰ ਦੂਸਰਾ ਵੀ ਹੋਰ ਕਿੱਦਾਂ ਦੇ ਬੈਨੀਫਿਟਸ ਹੈਗੇ ਆ ਜਿਹੜੇ ਕਿ ਕਹਿੰਦੇ ਜੀ ਵੀ ਮੌਰਟਗੇਜ ਜੇ ਕਿਸੇ ਨੇ ਘਰ ਲਿੱਤਾ ਵਾ ਵੀ ਤੁਸੀਂ ਉਹਦਾ ਇੰਟਰਸਟ ਵੀ ਜਿਹੜਾ ਵਾ ਉਹਦਾ ਬੈਨੀਫਿਟ ਵੀ ਲੈ ਸਕਦੇ ਹੋ, ਜਾਂ ਜਿਹੜੀ ਮੌਰਟਗੇਜ ਇੰਸ਼ੋਰੈਂਸ ਆ ਉਹਦਾ ਬੈਨੀਫਿਟ ਵੀ ਲੈ ਸਕਦੇ ਹੋ, ਉਹ ਥੋੜਾ ਜਿਹਾ ਉਹਦੇ ਬਾਰੇ ਥੋੜੀ ਚਾਨਣਾ ਪਾਓ। ਠੀਕ ਹੈ ਜੀ। ਸੋ ਜਿਹੜੀ ਤਾਂ ਸਟੈਂਡਰਡ ਡਿਡਕਸ਼ਨ ਹੈਗੀ ਉਹ ਸਾਰਿਆਂ ਨੂੰ ਮਿਲਦੀ ਆ, ਤੇ ਸਟੈਂਡਰਡ ਡਿਡਕਸ਼ਨ ਹੁਣ ਜਿਹੜਾ 2018 ਦਾ ਟੈਕਸ ਕੋਡ ਚੇਂਜ ਹੋਇਆ ਸੀ ਇਹਦੇ ਵਿੱਚ ਇਹਨਾਂ ਨੇ ਡਬਲ ਕਰਤੀ ਤੇ ਪਰਸਨਲ ਐਗਜ਼ੈਂਪਸ਼ਨ ਇਹਨਾਂ ਨੇ ਡ੍ਰੌਪ ਆਫ ਕਰਤੀਆਂ ਨੇ। ਸੋ ਕਾਫੀ ਰੀਸਟਰਕਚਰਿੰਗ ਹੋਈ ਹੈ ਇਹਦੇ ਵਿੱਚ ਕਿ ਸਟੈਂਡਰਡ ਡਿਡਕਸ਼ਨ ਜਿਹੜੀ ਮੈਰਿਡ ਫਾਈਲਿੰਗ ਜੁਆਇੰਟ ਦੀ 12,000 ਕੁਛ ਹੁੰਦੀ ਸੀਗੀ, ਹੁਣ ਉਹ $24,000 ਹੋ ਗਈ ਆ। ਸੋ ਦੈਟ ਮੀਨਸ ਜੇ ਤੁਹਾਡਾ W2 ਮੈਰਿਡ ਫਾਈਲਿੰਗ ਜੁਆਇੰਟ ਦਾ $24,000 ਹੈਗਾ ਤਾਂ ਆਲਮੋਸਟ ਤੁਹਾਡੀ ਟੈਕਸੇਬਲ ਇਨਕਮ ਜ਼ੀਰੋ ਰਹਿ ਜਾਂਦੀ ਹੈ, ਜ਼ੀਰੋ ਹੋ ਗਈ। ਬਿਲਕੁਲ। ਤੇ ਜੇ ਤੁਹਾਡੇ ਕੋਲ ਇੱਕ ਚਾਈਲਡ ਡਿਪੈਂਡੈਂਟ ਹੈਗਾ ਵਾ ਉਹਦਾ ਕ੍ਰੈਡਿਟ ਪਰ ਚਾਈਲਡ ਹੈਗਾ $2,000, ਤੇ ਜੇ ਤੁਹਾਡੇ ਕੋਲ ਕੋਈ ਅਦਰ ਡਿਪੈਂਡੈਂਟ ਹੈਗਾ ਉਹਦਾ $500 ਹੈਗਾ ਪਰ ਡਿਪੈਂਡੈਂਟ। ਓਕੇ, ਠੀਕ ਹੈ। ਤੇ ਜੇ ਤੁਸੀਂ ਇਹ ਜਿਹੜੀ ਹੈ ਸਟੈਂਡਰਡ ਡਿਡਕਸ਼ਨ ਤੋਂ ਸੈਪਰੇਟ ਹੈ ਕਿ ਇਹ ਵੀ ਵਿੱਚ ਕਾਊਂਟ ਕੀਤੀ ਜਾਊਗੀ? ਇਹ ਸੈਪਰੇਟ ਆ ਸਟੈਂਡਰਡ ਡਿਡਕਸ਼ਨ ਤੋਂ। ਹਾਂ। ਤੇ ਜਿਹੜੀ ਆਈਟਮਾਈਜ਼ਡ ਡਿਡਕਸ਼ਨ ਹੈਗੀ ਆ ਉਹਦੇ ਵਿੱਚ ਆ ਜਾਂਦੇ ਆ ਤੁਹਾਡੇ ਆਊਟ ਆਫ ਪਾਕਟ ਮੈਡੀਕਲ ਐਕਸਪੈਂਸਸ, ਤੁਹਾਡੇ ਪ੍ਰਾਪਰਟੀ ਟੈਕਸ ਆ ਜਾਂਦੇ ਨੇ, ਤੇ ਜਿਹੜਾ ਕੈਲੀਫੋਰਨੀਆ ਇਨਕਮ ਟੈਕਸ ਤੁਸੀਂ ਭਰਿਆ ਉਹ ਐਜ਼ ਅ ਡਿਡਕਸ਼ਨ ਆ ਜਾਂਦਾ,
ਮੋਰਗੇਜ ਇੰਟਰਸਟ ਆ ਜਾਂਦਾ ਵਾ ਤੇ ਜਿਹਦੀ ਤੁਹਾਡੀਆਂ ਚੈਰੀਟੇਬਲ ਕੰਟਰੀਬਿਊਸ਼ਨਸ ਜਿਹੜੀ ਡੋਨੇਸ਼ਨ ਹੁੰਦੀ ਹੈ ਉਹ ਵਿੱਚ ਆ ਜਾਂਦੀ ਹੈ। ਡੋਨੇਸ਼ਨਸ ਦੀ ਵੀ ਗੱਲ ਯਾਦ ਆ ਗਈ ਕਿ ਡੋਨੇਸ਼ਨਸ ਦੀ ਵੀ ਕੋਈ ਲਿਮਿਟ ਹੈ ਕਿ ਜਿੰਨੀ ਮਰਜ਼ੀ ਕਰ ਦਿਓ? ਡੋਨੇਸ਼ਨ ਦੀ ਕੋਈ ਲਿਮਿਟ ਨਹੀਂ ਹੈਗੀ। ਮੋਸਟਲੀ ਜਿਹੜੇ ਫੇਜ਼ ਆਊਟਸ ਹੁੰਦੇ ਨੇ ਇਹ AGI ਰਿਲੇਟਡ ਹੁੰਦੇ ਨੇ, ਐਡਜਸਟਡ ਗ੍ਰੋਸ ਇਨਕਮ। ਤੇ ਇਹਦੇ ਵਿੱਚ ਹੁਣ ਸਾਰਿਆਂ ਨਾਲੋਂ ਬਿਗੇਸਟ ਇਸ਼ੂ ਕੈਲੀਫੋਰਨੀਆ 'ਚ ਇਹ ਸੀਗਾ ਕਿ ਜਿਹੜੀ ਪ੍ਰਾਪਰਟੀ ਟੈਕਸ ਤੇ ਕੈਲੀਫੋਰਨੀਆ ਸਟੇਟ ਇਨਕਮ ਟੈਕਸ ਦੀ ਡਿਡਕਸ਼ਨ ਆ, ਇਹਨਾਂ ਨੇ $10,000 ਦੇ ਉੱਤੇ ਕੈਪ ਕਰਤੀ ਆ। ਇਹ ਥੋੜਾ ਜਿਹਾ ਇਹਨੂੰ ਕਰੋ ਥੋੜਾ ਜਿਹਾ। ਰਾਈਟ, ਸੋ $10,000 ਤੋਂ ਲੈਟਸ ਸੇ ਜੇ ਤੁਹਾਡਾ ਬੇ ਏਰੀਆ ਦੇ ਵਿੱਚ ਘਰ ਹੈਗਾ ਜਾਂ ਥੋੜੇ ਜੇ ਜਿੱਥੇ ਘਰਾਂ ਦੀ ਪ੍ਰਾਈਸਿਸ ਹਾਈ ਹੈਗੀਆਂ, ਆਬਵੀਅਸਲੀ ਉੱਥੇ ਪ੍ਰਾਪਰਟੀ ਟੈਕਸ ਵੀ ਹਾਈ ਹੁੰਦੇ ਆ। ਬਿਲਕੁਲ। ਸੋ ਲੈਟਸ ਸੇ ਜੇ ਤੁਹਾਡਾ ਐਨੂਅਲ ਟੈਕਸ ਪ੍ਰਾਪਰਟੀ ਟੈਕਸ $20,000 ਆ, ਐਨੂਅਲ ਟੈਕਸ ਪ੍ਰਾਪਰਟੀ ਟੈਕਸ $20,000 ਆ, ਠੀਕ ਹੈ ਜੀ। ਤੇ ਤੁਹਾਡਾ ਜਿਹੜਾ ਤੁਸੀਂ ਕੈਲੀਫੋਰਨੀਆ ਸਟੇਟ ਇਨਕਮ ਟੈਕਸ ਭਰਿਆ ਵਾ ਉਹ ਤੁਹਾਡਾ ਹੋ ਗਿਆ another 20,000, ਰਾਈਟ, ਤੁਹਾਡਾ $40,000 ਹੋ ਗਿਆ। ਹੁਣ 2017 ਦੇ ਵਿੱਚ ਤਾਂ ਅਸੀਂ ਉਹ ਸੈਕਸ਼ਨ 'ਚ $40,000 ਪਾ ਸਕਦੇ ਸੀ ਐਜ਼ ਅ ਡਿਡਕਸ਼ਨ। 2018 ਦੇ ਵਿੱਚ ਉਹ ਲਿਮਿਟ ਹੋ ਗਿਆ ਵਾ $10,000 ਤੇ। ਬਸ ਚਾਹੇ ਤੁਸੀਂ 40,000 ਤੁਹਾਡਾ ਲੱਗ ਗਿਆ, ਉਹ 'ਚੋਂ $30,000 ਦੀ ਡਿਡਕਸ਼ਨ ਤੁਸੀਂ ਲੂਜ਼ ਕਰ ਜਾਣੀ ਹੈ, ਉਹ ਲੂਜ਼ ਕਰ ਜਾਣੀ। ਰਾਈਟ, ਸੋ ਇਹਦੇ ਵਿੱਚ ਹੁਣ ਜਿਹੜੀਆਂ ਤਾਂ ਉਹ ਸਟੇਟਸ ਹੈਗੀਆਂ ਜਿੱਥੇ ਪ੍ਰਾਪਰਟੀ ਟੈਕਸ ਇੰਨਾ ਹਾਈ ਨਹੀਂ ਹੈਗਾ ਜਾਂ ਸਟੇਟ ਇਨਕਮ ਟੈਕਸ ਹਾਈ ਹੈਗਾ ਜਾਂ ਸਟੇਟ ਇਨਕਮ ਟੈਕਸ ਸਹੀ ਨਹੀਂ ਹੈਗਾ, ਉਹਨਾਂ ਨੂੰ ਤਾਂ ਇਫੈਕਟ ਨਹੀਂ ਕਰਦਾ ਬਿਕਾਜ਼ ਥੀਸ ਆਰ ਫੈਡਰਲ ਚੇਂਜਸ। ਪਰ ਕੈਲੀਫੋਰਨੀਆ ਜਾਂ ਨਿਊਯਾਰਕ ਜਾਂ ਹੋਰ ਜਿਹੜੀਆਂ ਸਟੇਟਸ ਹੈਗੀਆਂ ਨੇ ਉੱਥੇ ਕਾਫੀ ਲੋਕਾਂ ਨੂੰ ਹੈਗਾ ਵੀ ਇਹ ਰੀਅਪੀਲ ਹੋ ਕੇ ਇਹਨੂੰ ਇਹ ਐਡਜਸਟ ਕਰ ਦੇਣ ਰੂਲ ਨਾਲ। ਓਕੇ, ਤੇ ਜਿਹੜਾ ਇੱਕ ਆਈਟਮਾਈਜ਼ ਜਿਹੜੀ ਤੁਸੀਂ ਅਲੱਗ-ਅਲੱਗ ਡਿਡਕਸ਼ਨਸ ਕਰਦੇ ਆ, ਇੱਕ ਡੈਪਰੀਸ਼ੀਏਸ਼ਨ ਵੀ ਬੜਾ ਵੱਡਾ ਇਸ਼ੂ ਰਿਹਾ ਹਮੇਸ਼ਾ ਨਾ। ਡੈਪਰੀਸ਼ੀਏਸ਼ਨ ਕੀ ਇਹਦੇ 'ਚ ਵੀ ਚੇਂਜਸ ਆਈਆਂ ਨੇ? ਡੈਪਰੀਸ਼ੀਏਸ਼ਨ ਕਿੰਨਾ ਤੁਸੀਂ ਲੈ ਸਕਦੇ ਹੋ ਜਾਂ ਕੀ ਹੈਗਾ ਉਹਦੇ ਵਿੱਚ? ਰਾਈਟ, ਸੋ ਡਿਪਰੀਸ਼ੀਏਸ਼ਨ ਜਿਹੜੀ ਆ ਉਹ ਮੋਸਟਲੀ ਬਿਜ਼ਨਸ ਓਨਰਸ ਵਾਸਤੇ ਹੈਗੀ ਆ, ਔਰ ਆਈ ਸ਼ੁੱਡ ਸੇ 100% ਬਿਜ਼ਨਸ ਓਨਰਸ ਵਾਸਤੇ ਹੈਗੀ ਆ। ਤੇ ਇਹਦੇ ਵਿੱਚ ਬਿਗੇਸਟ ਚੇਂਜਸ ਇਹ ਹੈਗੇ ਨੇ ਕਿ ਅਸੀਂ ਬੋਨਸ ਡਿਪਰੀਸ਼ੀਏਸ਼ਨ ਲੈ ਸਕਦੇ ਹਾਂ। ਦੈਟ ਮੀਨਸ 17 ਦੇ ਵਿੱਚ ਜਿਹੜੀ ਬੋਨਸ ਡਿਪਰੀਸ਼ੀਏਸ਼ਨ ਸੀਗੀ ਕਿ ਜੇ ਕੋਈ ਤੁਸੀਂ ਨਵਾਂ ਐਸੈਟ ਬਾਏ ਕਰਦੇ ਹੋ ਤਾਂ ਉਹਨੂੰ ਤੁਸੀਂ 50% ਰਾਈਟ ਆਫ ਲੈ ਸਕਦੇ ਹੋ ਉਹਦੇ ਵਿੱਚ ਵਿਦਆਊਟ ਐਨੀ ਲਿਮਿਟੇਸ਼ਨਸ। ਓਕੇ, ਤੇ 18 ਦੇ ਵਿੱਚ ਆਏ ਹੈਗਾ ਕਿ ਤੁਸੀਂ 100% ਉਹਨੂੰ ਰਾਈਟ ਆਫ ਕਰ ਸਕਦੇ ਹੋ। ਮਤਲਬ ਜੇ ਕਿਸੇ ਨੇ ਨਵੀਂ ਕਾਰ ਲੈ ਲਈ ਲੇਕਿਨ ਲੈਣੀ ਬਿਜ਼ਨਸ ਦੇ ਨਾਮ ਤੇ ਪਵੇਗੀ, ਲੈਟਸ ਸੇ ਕਾਰ ਦੀ ਜਗ੍ਹਾ ਤੇ ਜੇ ਆਪਾਂ ਕਰੀਏ ਫਾਰਮਿੰਗ ਦੇ ਵਿੱਚ ਕਿਸੇ ਨੇ ਕੋਈ ਇਕਵਿਪਮੈਂਟ ਲੈ ਲਿਆ, ਟਰੈਕਟਰ ਲੈ ਲਿਆ ਜਾਂ ਕੁਝ ਵੀ ਲੈ ਲਿਆ, ਜਾਂ ਟਰੱਕਿੰਗ ਦੇ ਵਿੱਚ ਟਰੱਕਸ ਲੈ ਲਏ, ਟ੍ਰੇਲਰਸ ਲੈ ਲਏ। ਤੇ 18 ਦੇ ਵਿੱਚ ਇਹ ਵੀ ਚੇਂਜ ਹੈਗਾ ਕਿ ਡਜ਼ਨਟ ਮੈਟਰ ਕਿ ਉਹ ਬ੍ਰਾਂਡ ਨਿਊ ਆ ਕਿ ਯੂਜ਼ਡ ਆ, ਡਿਪਰੀਸ਼ੀਏਸ਼ਨ ਦੇ ਰੂਲਸ ਉਹਨੂੰ ਅਫੈਕਟ ਨਹੀਂ ਕਰਦੇ ਹੈਗੇ, ਸਪੈਸ਼ਲੀ ਬੋਨਸ ਡਿਪਰੀਸ਼ੀਏਸ਼ਨ ਉਹਨੂੰ। ਓਕੇ, ਸੋ ਪਲੈਨਿੰਗ ਵਾਸਤੇ ਡਿਪਰੀਸ਼ੀਏਸ਼ਨ ਸਾਡੇ ਵਾਸਤੇ ਬਹੁਤ ਵੱਡਾ ਟੂਲ ਹੈਗਾ ਵਾ, ਅਸੀਂ ਯੂਜ਼ ਕਰ ਸਕਦੇ ਹਾਂ। ਤੇ ਆਪਣੇ ਸੈਗਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਹੋਈ ਸੀਗੀ ਕਿ ਟੈਕਸ ਰਿਟਰਨ ਦੇ ਜਿਹੜਾ ਡੈਡਲਾਈਨਸ ਤਾਂ ਮੇਜਰ ਹੈਗੀਆਂ ਸਾਰੀਆਂ ਡਿਸਕਸ ਕੀਤੀਆਂ, ਪਰ ਇਹਦੀ ਪਲੈਨਿੰਗ ਐਕਚੁਅਲੀ ਨਵੰਬਰ ਤੇ ਦਸੰਬਰ 'ਚ ਸ਼ੁਰੂ ਹੋਣੀ ਚਾਹੀਦੀ ਆ, ਸਪੈਸ਼ਲੀ ਫॉर ਬਿਜ਼ਨਸ ਓਨਰਸ। ਓਕੇ, ਰਾਈਟ, ਸੋ ਜਦੋਂ ਸਾਲ ਸਾਰਾ ਨਿਕਲ ਰਿਹਾ ਹੈਗਾ ਵਾ, ਤੁਹਾਨੂੰ ਨਵੰਬਰ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਮੇਰੀ ਟੋਟਲ ਇਨਕਮ ਕਰੰਟ ਈਅਰ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਆ। ਤੇ ਉਹਦੇ ਵਿੱਚ ਫਿਰ ਤੁਸੀਂ ਆਪਦੇ CPA ਦੇ ਨਾਲ ਜਾਂ ਜਿਹੜਾ ਤੁਹਾਡਾ ਟੈਕਸ ਐਡਵਾਈਜ਼ਰ ਹੈਗਾ ਵਾ ਉਹਦੇ ਨਾਲ ਬਹਿ ਕੇ ਡਿਸਕਸ ਕਰ ਸਕਦੇ ਹੋ ਕਿ ਤੁਹਾਡੀ ਟੈਕਸ ਲਿਮਿਟ ਕੀ ਕ੍ਰੀਏਟਿਵ ਆਈਡੀਆਜ਼ ਕੀਤੇ ਜਾ ਸਕਦੇ ਨੇ।